जिन्हां लोकां नूं साडे लोकां दे इलाज करने चाहिए आ, जिन्हां लोकां नूं साडे लोकां नाल खलोना चाहिए, वो लोग साडे लोकां दे पैसे लुट रहे और लोकां दीयां जिंदगियां नाल खिलवाड़ कर रहे आ। वाहिगुरू जी का खालसा वाहिगुरू जी की फतेह। गुरप्यारिओ, तुल्ली डायग्नोसिस सेंटर जिसने बीते दिनी अमृतसर ਦੇ ਵਿੱਚ ਗਲਤ ਰਿਪੋਰਟ ਕੋਰੋਨਾ ਵਾਇਰਸ ਦੀ ਤਿਆਰ ਕਰਕੇ ਲੋਕਾਂ ਨੂੰ ਵਿਪਤਾ ਵਿੱਚ ਪਾਇਆ ਸੀ, ਕਿਉਂਕਿ ਅਜਿਹੀਆਂ ਕੁਝ ਲੈਬੋਰਟਰੀਜ਼ ਹੈ ਨੇ ਜਿਨ੍ਹਾਂ ਦਾ ਨਿੱਜੀ ਹਸਪਤਾਲਾਂ ਦੇ ਨਾਲ ਸਿੱਧਾ ਸੌਦਾ ਹੋਇਆ ਪਿਆ ਹੈ ਕਿ ਅਸੀਂ ਗਲਤ ਰਿਪੋਰਟਾਂ ਤਿਆਰ ਕਰਾਂਗੇ ਤੇ ਤੁਸੀਂ ਮੋਟੇ ਪੈਸਿਆਂ ਦਾ ਇਲਾਜ ਤਿਆਰ ਰੱਖਣਾ ਤੇ ਬਾਅਦ ਵਿੱਚ ਅਸੀਂ ਅੱਧੇ ਵੰਡ ਲਵਾਂਗੇ। ਜੀ ਹਾਂ, ਇਹ ਇਲਜ਼ਾਮ ਨਹੀਂ ਹੈ, ਇਹ ਉਹ ਕੌੜੀ ਸੱਚਾਈ ਹੈ ਜੋ ਅੱਜ ਸਾਡੇ ਸਮਾਜ ਵਿੱਚ ਲਗਾਤਾਰ ਸਾਨੂੰ ਆਪ ਪ੍ਰਤੱਖ ਨਜ਼ਰ ਆ ਰਹੀ ਹੈ। ਕੋਰੋਨਾ ਵਾਇਰਸ ਦੀ ਇਸ ਮਾੜੀ ਘੜੀ ਵਿੱਚ ਜਿੱਥੇ ਸਾਨੂੰ ਆਪਣੀ ਇਨਸਾਨੀਅਤ ਜਿਉਂਦੀ ਰੱਖਦੇ ਹੋਇਆਂ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ, ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ, ਉੱਥੇ ਹੀ ਕੁਝ ਮਰੀਆਂ ਜ਼ਮੀਰਾਂ ਵਾਲੇ ਅਜਿਹੇ ਹੈ ਨੇ ਜੋ ਆਪਣੇ ਡਾਕਟਰੀ ਅਹੁਦੇ ਦਾ ਗਲਤ ਫਾਇਦਾ ਚੱਕਦਿਆਂ ਹੋਇਆਂ, ਹਸਪਤਾਲਾਂ ਦਾ ਗਲਤ ਫਾਇਦਾ ਚੱਕਦਿਆਂ ਹੋਇਆਂ ਲਗਾਤਾਰ ਲੋਕਾਂ ਦੀ ਛਿੱਲ ਲਾਉਣ ਵਾਸਤੇ ਲੱਗੇ ਹੋਏ ਨੇ। ਭਾਈ ਮਨਿੰਦਰ ਸਿੰਘ ਮੰਨਾ ਪਹਿਲਾਂ ਵੀ ਅਜਿਹੇ ਲੋਕਾਂ ਨੂੰ ਬੇਨਕਾਬ ਕਰਦੇ ਆਏ ਨੇ ਤੇ ਹੁਣ ਵੀ ਬੇਨਕਾਬ ਕਰ ਰਹੇ ਨੇ ਤੇ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਕਿ ਅਜਿਹੇ ਡਾਇਗਨੋਸਿਸ ਸੈਂਟਰਸ ਤੋਂ, ਅਜਿਹੇ ਡਾਕਟਰਾਂ ਤੋਂ ਕਿੱਦਾਂ ਬਚ ਸਕਦੇ ਹਾਂ ਤੇ ਆਖਿਰ ਸਰਕਾਰਾਂ ਕਿਉਂ ਚੁੱਪੀਧਾਰੀ ਬੈਠੀਆਂ ਨੇ। ਦੋਸਤੋ, ਅੱਜ ਜਿਹੜਾ ਮੈਂ ਮਸਾ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ, ਬੜੀ ਵੱਡੀ ਲੁੱਟ ਖਸੁੱਟ ਹੈ ਕਰੋਨਾ ਦੀ ਆੜ ਦੇ ਵਿੱਚ। ਆ ਪਿੱਛੇ ਇੱਕ ਲੈਬ ਤੁਹਾਨੂੰ ਦਿਸ ਰਹੀ ਹੈ ਕਿ ਕਿਵੇਂ ਦੁਕਾਨਦਾਰੀ ਚਲਾਈ ਜਾਂਦੀ ਹੈ, ਕਿਵੇਂ ਲੋਕਾਂ ਦੀ ਲੁੱਟ ਖਸੁੱਟ ਕੀਤੀ ਜਾਂਦੀ ਹੈ। ਲੋਕਾਂ ਨੂੰ ਮੈਂ ਫਿਰ ਕਹਿਣਾ ਚਾਹੁੰਦਾ, ਮੈਂ ਅੱਗੇ ਵੀ ਇੱਕ ਦਿਨ ਕਿਹਾ ਸੀਗਾ ਕਿ ਲੋਕਾਂ ਨੂੰ ਅਜੇ ਆਦਤ ਨਹੀਂ ਪਈ ਕਰੋਨਾ ਨਾਲ ਲੜਨ ਦੀ, ਕਰੋਨਾ ਨਾਲ ਰਹਿਣ ਦੀ, ਪਰ ਲੀਡਰਾਂ ਨੇ, ਡਾਕਟਰਾਂ ਨੇ, ਇਹੋ ਜਿਹੇ ਲੈਬ ਵਾਲਿਆਂ ਨੇ, ਜਿਹੜੇ ਭ੍ਰਿਸ਼ਟ ਲੋਕ ਨੇ, ਉਹਨਾਂ ਨੇ ਆਦਤ ਪਾ ਲਈ ਹੈ ਕਿ ਕਰੋਨਾ ਦੇ ਰਾਹੀਂ ਪੈਸੇ ਕਿੱਦਾਂ ਕਮਾਉਣੇ ਨੇ, ਲੋਕਾਂ ਨੂੰ ਲੁੱਟਣਾ ਕਿੱਦਾਂ, ਔਰ ਹੁਕਮਰਾਨਾਂ ਦੀ ਸ਼ਹਿ ਦੇ ਉੱਤੇ ਹੋ ਰਿਹਾ। ਇੱਕ ਦਿਨ ਅੱਗੇ ਵੀ ਕੰਪਲੇਂਟ ਆਈ ਸੀ ਤੇ ਕੋਈ ਕਾਰਵਾਈ ਨਹੀਂ ਹੋਈ। ਇੱਥੇ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ, ਸ਼ਹਿਰ ਦੇ ਵਾਸੀਆਂ ਨੂੰ, ਕਿ ਇਹ ਕਾਫਲੇ ਵਾਲੋ ਤੁਮ ਇਤਨਾ ਵੀ ਨਾ ਸਮਝੇ, ਲੂਟਾ ਹੈ ਤੁਮੇ ਰਹਿਜਨ ਨੇ ਰਹਿਬਰ ਕੇ ਇਸ਼ਾਰੇ ਪਰ। ਜਿਨ੍ਹਾਂ ਲੋਕਾਂ ਨੂੰ ਸਾਡੇ ਲੋਕਾਂ ਦੇ ਇਲਾਜ ਕਰਨੇ ਚਾਹੀਦੇ ਆ, ਜਿਨ੍ਹਾਂ ਲੋਕਾਂ ਨੂੰ ਸਾਡੇ ਲੋਕਾਂ ਨਾਲ ਖਲੋਣਾ ਚਾਹੀਦਾ, ਉਹ ਲੋਕ ਸਾਡੇ ਲੋਕਾਂ ਦੇ ਪੈਸੇ ਲੁੱਟ ਰਹੇ ਔਰ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਹੇ ਆ। ਅੰਮ੍ਰਿਤਸਰ, ਮੈਂ ਪਹਿਲੇ ਦਿਨ ਤੋਂ ਦੱਸ ਦਵਾਂ, ਅੰਮ੍ਰਿਤਸਰ ਕਰੋਨਾ ਹੱਬ ਸੀਗਾ ਪਹਿਲੇ ਦਿਨ ਤੋਂ, ਕਿਉਂਕਿ ਬਾਹਰੋਂ ਵੀ ਜਿਹੜੇ ਲੋਕ ਆਉਂਦੇ ਸੀਗੇ ਉਹਨਾਂ ਨੂੰ ਅੰਮ੍ਰਿਤਸਰ ਠਹਿਰਾਇਆ ਜਾਂਦਾ ਸੀ। ਜਿਹੜੇ ਪੇਸ਼ੈਂਟ ਸੀਗੇ ਗੁਰੂ ਨਾਨਕ ਹਸਪਤਾਲ ਦੇ ਵਿੱਚ, ਬਾਹਰੋਂ ਵੀ ਕਿਸੇ ਜ਼ਿਲ੍ਹੇ ਤੋਂ ਲੋਕ ਇੱਥੇ ਲਿਆਏ ਜਾਂਦੇ ਸੀਗੇ, ਪਰ ਸਰਕਾਰ ਵੱਲੋਂ ਇਸ ਚੀਜ਼ ਨੂੰ ਕਦੀ ਸੀਰੀਅਸਲੀ ਲਿਆ ਹੀ ਨਹੀਂ ਗਿਆ ਕਿ ਅੰਮ੍ਰਿਤਸਰ ਸ਼ਹਿਰ ਡੁੱਬ ਜੂਗਾ। ਇਹਦੀ ਆੜ ਦੇ ਵਿੱਚ ਪੈਸੇ ਕਮਾਉਣ ਦਾ ਸਾਧਨ ਬਣਾ ਲਿਆ ਪ੍ਰਾਈਵੇਟ ਲੈਬ। ਜਦੋਂ ਇਹਨਾਂ ਨੂੰ ਪਰਮਿਸ਼ਨ ਦਿੱਤੀ ਗਈ ਕਰੋਨਾ ਦੇ ਟੈਸਟ ਕਰਨ ਦੀ, ਔਰ ਇੱਥੇ ਬਟ ਨੈਚੁਰਲ ਹੈ, ਇੱਕ ਮਤਲਬ ਕੰਧ ਤੇ ਲਿਖੀ ਚੀਜ਼ ਹੈ ਕਿ ਜਦੋਂ ਵੀ ਡਾਕਟਰ ਕਿਸੇ ਪ੍ਰਾਈਵੇਟ ਤੋਂ ਸਕੈਨ ਟੈਸਟ ਕਰਾਉਂਦਾ ਤੇ ਉਹਦੀ ਕਮਿਸ਼ਨ ਤੇ ਉਹਦੀ ਸੈਟਿੰਗ ਪੱਕੀ ਹੁੰਦੀ ਹੈ। ਇੱਥੇ ਨੈਗੇਟਿਵ ਨੂੰ ਪੋਜ਼ਿਟਿਵ ਕਰਕੇ ਕਿਵੇਂ ਹਸਪਤਾਲਾਂ ਦੇ ਵਿੱਚ ਰੈਫਰ ਕੀਤਾ ਜਾਂਦਾ ਹੈ, ਕਿਵੇਂ ਉਹਨਾਂ ਦੀ ਦੁਕਾਨਦਾਰੀ ਚਲਾਈ ਜਾਂਦੀ ਹੈ, ਔਰ ਉੱਥੇ ਜਿਹੜਾ ਪੈਕੇਜ ਸੈੱਟ ਹੁੰਦਾ ਕਿਸੇ ਦਾ 4 ਲੱਖ ਦਾ, ਕਿਸੇ ਦਾ 5 ਲੱਖ ਦਾ। ਹੁੰਦਾ ਕੀ ਹੈ ਕਿ ਪ੍ਰਾਈਵੇਟ ਵਾਲੇ ਠੀਕ ਨੂੰ ਹੀ ਠੀਕ ਕਰ ਦਿੰਦੇ ਨੇ, ਕਿਉਂਕਿ ਉੱਥੇ ਪੇਸ਼ੈਂਟ ਹੀ ਠੀਕ ਭੇਜੇ ਜਾਂਦੇ ਆ। 5 ਦਿਨ ਬਾਅਦ ਉਹਦਾ ਦੁਬਾਰਾ ਇੱਥੋਂ ਟੈਸਟ ਕੀਤਾ ਜਾਂਦਾ ਔਰ ਉਹਨੂੰ ਕਹਿ ਦਿੰਦੇ ਆ ਨੈਗੇਟਿਵ ਆ ਗਿਆ। ਇੱਕ ਤੇ ਉਹ ਹਸਪਤਾਲ ਦੀ ਐਡ ਹੁੰਦੀ ਆ, ਲੋਕ ਇੰਨੇ ਜ਼ਿਆਦਾ ਡਰਦੇ ਨੇ ਔਰ ਉੱਥੇ ਹੀ ਜਾਣਾ ਪਸੰਦ ਕਰਦੇ ਨੇ ਕਿ ਇੱਥੋਂ ਪੇਸ਼ੈਂਟ ਠੀਕ ਹੋ ਰਹੇ ਆ। ਮੈਂ ਇਹਨਾਂ ਨੂੰ ਕਿਹਾ ਸੀਗਾ ਕਿ ਜੇ ਪ੍ਰਾਈਵੇਟ ਹਸਪਤਾਲ ਵਾਲੇ ਬਿਲਕੁਲ ਇਲਾਜ ਠੀਕ ਕਰਦੇ ਨੇ ਤੇ ਇਹਨਾਂ ਦੀ ਡੈਥ ਰੇਸ਼ੋ ਵੇਖੋ, ਇਹਨਾਂ ਕੋਲ ਬੰਦੇ ਮਰਦੇ ਹੀ ਨਹੀਂ। ਕਿਹੜੀ ਇਹਨਾਂ ਨੇ ਜੜੀ ਬੂਟੀ ਲੱਭ ਲਈ ਆ? WHO, USA, ਚਾਈਨਾ, ਇਟਲੀ, ਕਿਸੇ ਵੀ ਮੁਲਕ ਕੋਲੋਂ ਦਵਾਈ ਨਹੀਂ ਲੱਭੀ। ਤੇ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਜਿਹੜੇ ਨੇ ਉਹ ਲੋਕਾਂ ਨੂੰ ਕਿਵੇਂ ਠੀਕ ਕਰ ਰਹੇ ਨੇ, ਇਹ ਸਵਾਲੀਆ ਨਿਸ਼ਾਨ ਨਹੀਂ ਹੈ। ਫਿਕਸ ਮੈਚ ਹੈ, ਫਿਕਸ ਮੈਚ ਲੈਬ ਵਾਲਿਆਂ ਦਾ, ਪ੍ਰਾਈਵੇਟ ਹਸਪਤਾਲਾਂ ਦਾ ਤੇ ਸਰਕਾਰ ਦਾ। ਹਰ ਬੰਦੇ ਨੂੰ ਆਪੋ ਆਪਣੀ ਕਮਿਸ਼ਨ ਜਾਂਦੀ ਆ। ਇੱਥੇ ਮੈਂ ਇਹਨਾਂ ਨੂੰ ਇਹ ਵੀ ਕਹਿਣਾ ਕਿ ਮੇਰੇ ਬੋਲਣ ਤੋਂ ਬਾਅਦ ਕਿਤੇ ਰੇਸ਼ੋ ਠੀਕ ਕਰਨ ਲਈ 4-5 ਬੰਦੇ ਮਰੇ ਵਿਖਾਉਣ ਲਈ ਕਿਤੇ ਮੈਂ ਹਸਪਤਾਲ ਵਾਲੇ ਪ੍ਰਾਈਵੇਟ ਵਾਲੇ ਲੋਕਾਂ ਨੂੰ ਮਾਰਨਾ ਸ਼ੁਰੂ ਨਾ ਕਰ ਦੇਣ, ਵੀ ਜਿਹਦੇ ਬੰਦਿਆਂ ਨੂੰ ਨਾ ਮਾਰ ਦੇਣ, ਨੈਗੇਟਿਵ ਬੰਦਿਆਂ ਨੂੰ ਨਾ ਮਾਰ ਦੇਣ। ਇਹ ਸਾਰਾ ਕੁਝ ਜਾਂਚ ਦਾ ਵਿਸ਼ਾ ਹੈ। ਹਾਲਾਤ ਬੁਰੇ ਨੇ, ਇਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਕਿ ਦੇਖੋਗੇ तो हर मोड़ पे मिल जाएंगी लाशें, ढूंढोगे तो इस शहर में कातिल ना मिलेगा। मैं तो इत्थे कहना चाहना कि कोरोना भी ਕਿਤੇ ਨਾ ਕਿਤੇ ਸ਼ਰਮਸਾਰ ਹੋ ਕੇ ਸਾਡੇ ਹਿੰਦੁਸਤਾਨ ਚੋਂ ਵਾਪਸ ਆਪੇ ਹੀ ਚਲੇ ਜਾਣਾ। ਉਹ ਕਹਿੰਦਾ ਮੇਰੇ ਨਾਲੋਂ ਤੇ ਵੱਧ ਖਤਰਨਾਕ ਵਾਇਰਸ ਤੁਸੀਂ ਲਈ ਫਿਰਦੇ ਹੋ, ਜਿਹੜਾ ਲੋਕਾਂ ਕੋਲ ਪੈਸੇ ਇਕੱਠੇ ਕਰਨ ਦਾ ਤੇ ਭ੍ਰਿਸ਼ਟਾਚਾਰ ਦਾ। ਮੈਂ ਤਾਂ ਤੁਹਾਨੂੰ ਲੋਕਾਂ ਨੂੰ ਮਾਰਨ ਆਇਆ ਸੀ, ਤੁਸੀਂ ਤੇ ਅੱਗੇ ਹੀ ਮਰੇ ਪਏ ਹੋ। ਕਿਤੇ ਤੁਹਾਡੇ ਭ੍ਰਿਸ਼ਟਾਚਾਰ ਵਾਲਾ ਵਾਇਰਸ ਜਿਹੜਾ ਸਾਡੇ ਚੀਨ 'ਚ ਵਾਪਸ ਨਾ ਆ ਜਾਏ, ਮੈਂ ਡਰਦਾ ਹੀ ਇੱਥੋਂ ਚਲੇ ਜਾਣਾ। ਹੁਣ ਹੁੰਦਾ ਕੀ ਹੈ, ਇੱਕ ਦਿਨ 'ਚ ਪੇਸ਼ੈਂਟ ਪੋਜ਼ਿਟਿਵ ਆਉਂਦਾ, ਮੈਂ ਇੱਥੇ ਲੋਕ ਤੁਹਾਨੂੰ ਵਿਖਾਏ ਜਿਹੜੇ ਨਾਲ ਸੀਗੇ, ਦੂਜੇ ਦਿਨ ਉਹ ਬੰਦਾ ਨੈਗੇਟਿਵ ਹੋ ਜਾਂਦਾ ਜਦੋਂ ਉਹਦੀ ਸਰਕਾਰੀ ਹਸਪਤਾਲ ਦੇ ਵਿੱਚੋਂ ਰਿਪੋਰਟ ਆਉਂਦੀ ਹੈ।
ਇੰਨਾ ਕਿਹੜਾ ਫਾਸਟ ਇਲਾਜ ਚੱਲਦਾ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ। ਆ ਹਸਪਤਾਲ ਵਾਲੇ ਦਿੰਦੇ ਕੀ ਨੇ? ਗਰਮ ਪਾਣੀ, ਲਿਮਸੀ ਦੀ ਗੋਲੀ 20 ਰੁਪਏ ਦਾ ਪੱਤਾ ਆਉਂਦਾ, ਇਵੋਨ ਦੀ ਗੋਲੀ 160 ਰੁਪਏ ਦਾ ਪੱਤਾ ਆਉਂਦਾ, ਥਾਈਨੋਰਮ ਸਾਰੇ ਇੱਕੋ ਚੀਜ਼ ਦਿੰਦੇ ਨੇ, 20 ਰੁਪਏ ਦਾ ਉਹ ਪੱਤਾ। ਬੀਟਾ ਦਿੰਦੇ ਗਰਾਰੇ ਕਰਨ ਨੂੰ ਕਹਿੰਦੇ ਨੇ, ਬੀਕੋਜ਼ਮ ਦਿੰਦੇ ਨੇ। ਇਹ 250 ਰੁਪਏ ਦੀ ਦਵਾਈ ਬਣਦੀ ਔਰ 5-5 ਲੱਖ ਦੇ ਲੋਕਾਂ ਨਾਲ ਪੈਕੇਜ ਕੀਤੇ ਜਾਂਦੇ ਆ। ਇਹ ਪੋਜ਼ਿਟਿਵ ਨੈਗੇਟਿਵ ਹੈ ਕੀ ਆ? ਇਹਨੂੰ ਸਮਝਣ ਦੀ ਲੋੜ ਸੀ। ਇਹਨਾਂ ਲੋਕਾਂ ਨੂੰ ਕਿਸੇ ਦੀ ਜ਼ਿੰਦਗੀ ਨਾਲ ਕੋਈ ਮਤਲਬ ਨਹੀਂ, ਕਿਸੇ ਦੀ ਮੌਤ ਨਾਲ ਕੋਈ ਮਤਲਬ ਨਹੀਂ। ਔਰ ਮੇਰੇ ਲਾਗੇ ਖੁੱਲਰ ਸਾਹਿਬ ਖਲੋਤੇ ਨੇ, ਜਿੱਦਣ ਪਹਿਲੇ ਦਿਨ ਇਹਨਾਂ ਪਰਦਾ ਫਾਸ਼ ਕੀਤਾ ਇਹਨਾਂ ਦਾ। ਇਹਨਾਂ ਦੀ ਪ੍ਰੈਗਨੈਂਟ ਨੂੰ ਉਹਦਾ ਇਲਾਜ ਉਹ ਹਸਪਤਾਲ ਦੇ ਵਿੱਚ ਸੀਗੀ ਔਰ ਉਹਦੀ ਡਿਲੀਵਰੀ ਹੋਣੀ ਸੀ ਅਗਲੇ ਦਿਨ। ਹਸਪਤਾਲ ਉਹਨੂੰ ਕਹਿੰਦਾ ਕਿ ਤੇਰਾ ਕਰੋਨਾ ਟੈਸਟ ਹੋਣਾ ਜ਼ਰੂਰੀ ਹੈ ਔਰ ਇੱਥੇ ਸੈਟਿੰਗ ਹੈ, ਇੱਥੋਂ ਟੈਸਟ ਕਰਾਇਆ ਜਾਂਦਾ। ਇਹ ਲੋਕ ਉਹਨੂੰ ਕਹਿ ਦਿੰਦੇ ਨੇ ਕਿ ਤੁਹਾਡੀ ਬੱਚੀ ਜਿਹੜੀ ਪੋਜ਼ਿਟਿਵ ਹੈ। ਉਸ ਹਸਪਤਾਲ ਦੇ ਵਿੱਚ ਉਹਦਾ ਡਿਲੀਵਰੀ ਦਾ ਪੈਕੇਜ 1.5 ਲੱਖ ਰੁਪਏ ਦਾ ਸੀਗਾ। ਹੁਣ ਇਹ ਜਿੱਥੇ ਕਰੋਨਾ ਪੋਜ਼ਿਟਿਵ ਦੱਸਦੇ ਨੇ ਉੱਥੇ ਪੈਕੇਜ ਹੁੰਦਾ 5-5 ਲੱਖ ਰੁਪਏ ਦਾ। ਇਸ ਕਰਕੇ ਇਹ ਧੰਦਾ ਸੀਗਾ। ਇਹਨਾਂ ਨੂੰ ਇਹ ਸ਼ਰਮ ਨਹੀਂ ਆਈ ਕਿ ਉਹਦੇ ਪੇਟ ਦੇ ਵਿੱਚ ਬੱਚਾ ਹੈ, ਉਹ ਵੀ ਮਰ ਜਾਊਗਾ। ਔਰ ਇਹ ਲੋਕ ਇਹ ਸੈਂਪਲ ਤੱਕ ਜਿਹੜੇ ਬਦਲ ਦਿੰਦੇ ਆ ਲੋਕਾਂ ਦੇ। ਲੋਕਾਂ ਨੂੰ ਪੋਜ਼ਿਟਿਵ ਜਿਹੜੇ ਆ ਉਹ ਜਿਹੜੇ ਨੈਗੇਟਿਵ ਆ ਉਹਨਾਂ ਨੂੰ ਪੋਜ਼ਿਟਿਵ ਕਹਿ ਦਿੱਤਾ ਜਾਂਦਾ। ਇਹ ਸਾਰਾ ਧੰਦਾ ਜਿਹਦੇ ਬਾਰੇ ਅੱਜ ਇੱਥੇ ਸਾਰੇ ਲੋਕਾਂ ਨੂੰ ਸੱਦਿਆ, ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ। ਇਹ ਇੱਕ ਦਿਨ ਇਹ ਬਾਊ ਜੀ ਦੇ ਸਵਾਲਾਂ ਦੇ ਜਵਾਬ ਦਿੰਦਾ ਸੀ ਲੈਬ ਵਾਲਾ। ਇਹ ਕਹਿੰਦਾ ਜੀ ਨੱਕ ਮੂੰਹ ਦੇ ਵਿੱਚੋਂ ਸੈਂਪਲ ਲਿਆ ਜਾਂਦਾ, ਹੋ ਸਕਦਾ ਸੈਂਪਲ ਥੱਲੇ ਹੋਵੇ ਉਹ ਬਾਹਰ ਆਇਆ ਹੀ ਨਾ ਹੋਵੇ। ਕਮਾਲ ਹੋ ਗਈ ਯਾਰ, ਕਿਹੜੀ ਲੈਬ ਹੈ ਕਿਹਦੇ ਵਿੱਚੋਂ ਜਿਹੜਾ ਤੁਸੀਂ ਇਹਦਾ ਮਤਲਬ ਸੈਂਪਲ ਲੈਂਦੇ? ਕਾਹਦੇ ਲਈ ਤੁਸੀਂ ਲੈਬ ਖੋਲੀ ਹੋਈ ਜੇ ਬੰਦੇ ਦੇ ਸਰੀਰ ਦੇ ਵਿੱਚੋਂ ਤੁਸੀਂ ਸੈਂਪਲ ਹੀ ਨਹੀਂ ਲੈ ਸਕਦੇ? ਔਰ ਅਗਲੇ ਦਿਨ ਇਹ ਕਹਿੰਦਾ ਨੈਗੇਟਿਵ ਤਾਂ ਆ ਗਿਆ, ਉਹ ਠੀਕ ਹੋ ਜਾਣਾ ਸੀਗਾ, ਮਾਈਲਡ ਸੀਗਾ, ਉਹਨੂੰ ਘੱਟ ਸੀਗਾ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਇੰਨੀ ਦੇਰ ਤੇ ਕਿਸੇ ਜਗ੍ਹਾ ਦੇ ਉੱਤੇ ਵਾਇਰਸ ਪਿਆ ਹੋਵੇ ਨਾ, ਕਿਸੇ ਪੋਲੀਥੀਨ ਤੇ ਕਿਸੇ ਕੰਧ ਦੇ ਉੱਤੇ, ਓਨੀ ਦੇਰ ਤੇ ਉੱਥੇ 24-48 ਘੰਟੇ ਨਸ਼ਟ ਨਹੀਂ ਹੁੰਦਾ ਜਿੰਨੀ ਛੇਤੀ ਤੁਸੀਂ ਬੰਦੇ ਦੇ ਸਰੀਰ ਦੇ ਵਿੱਚ ਕਰ ਦਿੱਤਾ। ਫਿਰ ਤੁੱਲੀ ਕੀ ਕਹਿ ਰਿਹਾ? ਇਹਦੀ ਮੈਂ ਅਖਬਾਰ ਦੀ ਕਟਿੰਗ ਵਿਖਾਈ ਹੈ। ਤੁੱਲੀ ਲੈਬ ਵਾਲਾ ਸਰਕਾਰ ਤੇ ਵਿਭਾਗ ਮੇਰੇ ਨਾਲ ਹੈ। ਕਿਹੜਾ ਤੇਰਾ ਪਿਓ ਸਰਕਾਰ ਦੇ ਵਿੱਚ ਬੈਠਾ ਜਿਹਦੀ ਛੱਤਰ ਛਾਇਆ ਦੇ ਵਿੱਚ ਤੂੰ ਐਡੀ ਮਤਲਬ ਆਕੜ ਵਿਖਾ ਰਿਹਾ? ਅਰੇ ਬਾਊ ਹਣਾ ਨੂੰ ਤੂੰ ਕਹਿੰਦਾ ਮੈਂ ਤੇਰੇ ਤੇ ਕੇਸ ਕਰਨਾ। ਮੈਂ ਤੈਨੂੰ ਕਹਿੰਦਾ ਆਪਦੇ ਪਿਓ ਦਾ ਤੇ ਕਰ ਕੇਸ। ਤੇਰੇ ਮਗਰ ਜਿਹੜੇ ਸਿਆਸੀ ਪਿਓ ਖਲੋਤੇ ਨਾ ਤੈਨੂੰ ਠੇਕੇ ਦੇਣ ਵਾਲੇ, ਜੇ ਮੈਂ ਉਹ ਵੀ ਨੰਗੇ ਨਾ ਕਰਤੇ ਤੇ ਮੇਰਾ ਨਾਮ ਮਨਦੀਪ ਸਿੰਘ ਮੰਨਾ ਨਹੀਂ ਹੋ। ਫਿਰ ਇਹ ਬਾਊ ਜੀ ਨੂੰ ਜਵਾਬ ਦਿੰਦਾ ਕਿ ਕਿਹੜਾ ਅਪੋਲੋ ਹਸਪਤਾਲ ਇਹਨਾਂ ਦਾ 1.5 ਲੱਖ ਦਾ ਪੈਕੇਜ ਸੀਗਾ, ਉਹ ਕਿਉਂ ਛੱਡਦਾ? ਉਹ ਨਹੀਂ ਸੀ ਛੱਡਣਾ ਚਾਹੁੰਦਾ ਡਿਲੀਵਰੀ ਪੈਕੇਜ ਨੂੰ। ਉਹ 1.5 ਲੱਖ 'ਚ ਤੈਨੂੰ ਮਿਲਣਾ ਕੁਝ ਨਹੀਂ ਸੀਗਾ। 5 ਲੱਖ ਵਾਲਾ ਪੈਕੇਜ ਤੂੰ ਕਰਨਾ ਸੀ, ਤਾਂ ਤੂੰ ਪੋਜ਼ਿਟਿਵ ਇਹਨਾਂ ਨੂੰ ਕਹਿ ਦਿੱਤਾ। ਮੈਂ ਤੈਨੂੰ ਕਹਿਣ ਲੱਗਾ ਤੁੱਲੀ, बुलंदी की खुमारी संतों के जादू तोड़ देती है। बुलंदी की खुमारी संतों के जादू तोड़ देती है। हवा उड़ते हुए पंछी के बाजू तोड़ देती है। और तुल्ली, थोड़ी बहुत गैरत जरूरी है। तवायफ तक भी किसी मौके पर घुंघरू तोड़ देती है। तुसी ते उन्हां नूं भी माड़े हो। आ दूजी फैमिली है विक्की दत्ता, आ इन्हां दे वाइफ खड़े ने, इन्हां दी वाइफ नूं तुल्ली ने पॉजिटिव कह दिता। अगले दिन टेस्ट हुंदा है सरकारी और ये नैगेटिव आ जाती है। उहदी रिपोर्ट 2-3 दिन बाद आउंदी है। 2-3 दिन इस लड़की ते की बीती, किन्नी दहशत च रही। आ छोटा जिहा बच्चा ਇਹਦਾ बेटा है, इन्हां नूं मिल तक नहीं सकी। जे इहनूं हार्ट अटैक हो जाता तो जिम्मेवार कौन सीगा? फिर इहनूं कोरोना पेशेंट दे विच रखिया गया। जे ਇਹਦਾ ਉੱਥੇ पॉजिटिव आ जाता फिर ਇਹਦਾ कौन जिम्मेवार सीगा? रिश्तेदारां तक ने इहनूं मिलण तो इनकार कर दिता। आ हालात बना दिते गए। ਇਹਦੇ ਨਾਲ ਪਰਿਵਾਰ ਦੇ 5 ਟੈਸਟ ਕੀਤੇ ਜਾਂਦੇ ਨੇ। ਤੁੱਲੀ ਵੱਲੋਂ 10 ਤਰੀਕ ਨੂੰ ਉਹਦੇ ਵਿੱਚੋਂ 5 ਦੇ 5 ਪੋਜ਼ਿਟਿਵ ਕਹਿ ਦਿੱਤੇ ਜਾਂਦੇ ਨੇ। 11 ਤਰੀਕ ਨੂੰ ਸਰਕਾਰੀ ਸੈਂਪਲ ਜਾਂਦਾ ਇਹਨਾਂ ਦਾ, ਉਹਦੀ ਰਿਪੋਰਟ ਹੁਣ ਆ ਗਈ ਹੈ। ਉਹਦੇ ਵਿੱਚ ਸਾਰੇ ਹੀ ਜਿਹੜੇ ਨੇ ਉਹ ਨੈਗੇਟਿਵ ਕਰ ਦਿੱਤੇ ਜਾਂਦੇ ਨੇ। ਦੁਬਾਰਾ ਇੱਕ ਸੈਂਪਲ ਉਹਨਾਂ ਦਾ ਲਿਆ ਜਾਂਦਾ, ਉਹਦੇ ਵਿੱਚ ਉਹ ਫੇਰ ਪੋਜ਼ਿਟਿਵ ਆ ਗਏ ਨੇ 3 ਜਣੇ, ਕਿਉਂਕਿ ਉਹਨਾਂ ਨੂੰ ਕਰੋਨਾ ਪੇਸ਼ੈਂਟ ਵਾਰਡ ਦੇ ਵਿੱਚ ਰੱਖਿਆ ਗਿਆ। ਕੀ ਇਹਦੀ ਜਾਂਚ ਕਰੂਗੀ ਸਰਕਾਰ? ਕੰਪਲੇਂਟ ਲੋਕਾਂ ਨੇ ਕੀਤੀ ਹੈ, ਬਾਊ ਜੀ ਨੇ ਕੀਤੀ, ਕਿਉਂ ਨਹੀਂ ਇਹਦੇ ਉੱਤੇ ਕੋਈ ਕਾਰਵਾਈ ਕਰਦਾ? ਏਡੀ ਕੀ ਦਹਿਸ਼ਤ ਹੈ, ਕੀ ਲਿੰਕ ਹੈ ਇਸ ਬੰਦੇ ਦਾ? ਇਹਦੇ ਉੱਤੇ ਜਾਂਚ ਹੋਣੀ ਜ਼ਰੂਰੀ ਹੈ। ਇਹ ਲੜਕਾ ਮਨੋਜ, ਇਹਦੇ ਫਾਦਰ ਮਦਰ ਇੰਗਲੈਂਡ ਤੋਂ ਆਉਂਦੇ ਨੇ ਇੱਕ ਦਿਨ, ਔਰ ਜੋ ਰੂਲ ਸੀਗਾ, ਜੋ ਮਤਲਬ ਗਾਈਡਲਾਈਨ ਸੀਗੀਆਂ, ਉਹਦੇ ਮੁਤਾਬਕ ਇਹਨਾਂ ਨੂੰ ਤਾਜ ਹੋਟਲ ਦੇ ਵਿੱਚ, ਇਹ ਸਹਿਬੇ ਸੀਅਤ ਹਸਤੀ ਸੀਗੇ, ਇਹਨਾਂ ਤਾਜ ਦੇ ਵਿੱਚ ਆਪਣੇ ਆਪ ਨੂੰ ਕੁਆਰੰਟਾਈਨ ਕਰ ਲਿਆ। ਔਰ ਉਸ ਤੋਂ ਬਾਅਦ ਕਿਸੇ ਦੀ ਰੈਫਰੈਂਸ ਦੇ ਉੱਤੇ ਇਹ ਤੁੱਲੀ ਦੇ ਕੋਲੋਂ ਜਿਹੜਾ ਆਪਣਾ ਟੈਸਟ ਕਰਾਉਂਦੇ ਨੇ, ਔਰ ਇਹਨਾਂ ਦੇ ਫਾਦਰ ਨੂੰ ਜਿਹੜਾ ਪੋਜ਼ਿਟਿਵ ਕਹਿ ਦਿੱਤਾ ਜਾਂਦਾ। ਇੱਕੋ ਕਮਰੇ ਦੇ ਵਿੱਚ ਰਹੇ ਨੇ। ਅਖੀਰ ਦੇ ਵਿੱਚ ਇਹ 2 ਦਿਨ ਬਾਅਦ ਡੀਸੀ ਨੂੰ ਫੋਨ ਕਰਦੇ ਨੇ ਜਾਂ ਆਪਣੀ ਅਪਰੋਚ ਕਰਦੇ ਨੇ। ਇਹਨਾਂ ਦਾ ਸਰਕਾਰੀ ਟੈਸਟ ਆਉਂਦਾ, ਉਹ ਵੀ ਨੈਗੇਟਿਵ ਆ ਜਾਂਦਾ। ਇੱਕ ਦਿਨ ਦੇ ਵਿੱਚ ਐਡਾ ਵੱਡਾ ਕਾਲਮਾਲ ਹੋ ਰਿਹਾ। ਕੌਣ ਜ਼ਿੰਮੇਵਾਰ ਹੈ? ਮੈਂ ਫਿਰ ਕਹਿੰਦਾ ਇਹਨਾਂ ਲੋਕਾਂ ਨੂੰ ਚਰਾਏ 'ਚ ਫਾਂਸੀ। मैं तो सरकार नूं कहण लगा कि हुआ अपहरण कानून का, पूरी जनता मौन, दोषी हुक्मरान है, रपट लिखाए कौन? जाइए किथे, रोइए किथे? मैं कैप्टन अमरिंदर सिंह होणां नूं
ਬੜੇ ਨਰਮ ਸ਼ਬਦਾਂ ਦੇ ਵਿੱਚ ਅਪੀਲ ਕਰਨ ਲੱਗਾ ਕਿ 420 ਦਾ ਕੇਸ ਬਣਦਾ ਇਸ ਬੰਦੇ ਦੇ ਉੱਤੇ, ਉਹ ਦਰਜ ਕੀਤਾ ਜਾਵੇ। ਇਹਦੇ ਜਿਹੜੇ ਕੋਵਿਡ ਟੈਸਟ ਹੁੰਦੇ ਆ ਉਹ ਕੈਨਸਲ ਕੀਤੇ ਜਾਣ। ਹੁਣ ਤੱਕ ਕਿੰਨੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਚੁੱਕਾ, ਕਿੰਨੇ ਬੰਦਿਆਂ ਦਾ ਪੈਸਾ ਲੁੱਟ ਚੁੱਕਾ। ਮੈਂ ਸਰਕਾਰ ਨੂੰ ਫਿਰ ਕਹਿਣਾ ਕਿ ਜੇ ਤੁਹਾਡੇ ਕੋਲੋਂ ਸਰਕਾਰ ਨਹੀਂ ਚੱਲਦੀ, ਕੋਈ ਲੀਡਰ ਬਾਹਰ ਨਹੀਂ ਆ ਰਿਹਾ, ਕੋਈ ਵੱਡਾ ਅਫਸਰ ਬਾਹਰ ਨਹੀਂ ਆ ਰਿਹਾ, ਆ ਯੂਥ ਸਾਰਾ ਵਿਹਲਾ ਤੁਰਿਆ ਫਿਰਦਾ, ਕੋਈ ਐਮਏ PhD ਹੈ, ਇਹਨਾਂ ਨੂੰ 2-2 ਮਹੀਨੇ ਆਪਣੀ ਸਰਕਾਰ ਦੇ ਅਹੁਦੇ ਦੇ ਦਿਓ, DC MLA ਮੰਤਰੀ। ਜਦੋਂ ਕਰੋਨਾ ਮੁਕਾ ਦੂਗਾ ਯੂਥ, ਉਦੋਂ ਫਿਰ ਲੁੱਟਣ ਆ ਜਿਓ, ਸਾਨੂੰ ਤੁਹਾਡੀਆਂ ਕੁਰਸੀਆਂ ਤੇ ਬਿਠਾ ਦੇਵਾਂਗੇ। ਇਹਨਾਂ ਨੂੰ ਮੌਕਾ ਦੇ ਦਿਓ, ਤੁਹਾਡੇ ਕੋਲੋਂ ਕਰੋਨਾ ਨਹੀਂ ਖਤਮ ਹੋ ਸਕਦਾ। ਔਰ ਅਖੀਰ ਦੇ ਵਿੱਚ ਮੈਂ ਤੁੱਲੀ ਨੂੰ ਕਹਿਣ ਲੱਗਾ ਤੇ ਨਾਲ ਦੱਸਦੀ ਜਿਹੜੇ ਤੇਰੇ ਚੋਰ ਆ, ਨਾਲ ਦੇ ਤੇਰੇ ਸਾਥੀ ਜਿਹੜੇ ਸਿਆਸੀ ਆਕਾ ਵਾ, ਕਿ ਜਿੱਦਣੇ ਬਾਊ ਜੀ ਦੀ ਕੰਪਲੇਂਟ ਆਈ ਸੀ ਨਾ, ਮੇਰੇ ਧਿਆਨ 'ਚ ਸੀਗਾ ਕਿ ਮੈਂ ਤੈਨੂੰ ਤੇਰਾ ਪੂਰਾ ਪੱਖ ਤੇਰਾ ਵੀ ਜਾਣਨਾ ਚਾਹੁੰਦਾ, ਪੂਰੇ ਤੱਥਾਂ ਦੀ ਜਾਂਚ ਕਰਨੀ ਚਾਹੁੰਦਾ, ਤੱਥਾਂ ਤੋਂ ਬਿਨਾਂ ਬੋਲਣਾ ਨਹੀਂ ਚਾਹੁੰਦਾ, ਤਹਿ ਤੱਕ ਜਾਣਾ ਚਾਹੁੰਦਾ ਸੀ। ਹੁਣ ਮੈਂ ਤਹਿ ਤੱਕ ਆ ਗਿਆ। ਜਾਂ ਭੱਜ, ਜਿਹੜੇ ਪਿਓ ਤੱਕ ਭੱਜਣਾ ਹੀ, ਮੈਂ ਵੇਖੂ ਤੈਨੂੰ ਸ਼ਹਿਰ ਦਾ ਕਿਹੜਾ MLA ਬਚਾਉਂਦਾ, ਕਿਹੜਾ ਮੰਤਰੀ ਬਚਾਉਂਦਾ। ਜਿਹੜੇ ਤੇਰੇ ਮਗਰ ਖਲੋਤੇ ਆ, ਜਿਹੜੇ ਤੈਨੂੰ ਸਰਕਾਰੀ ਟੈਂਡਰ ਦੇਣ ਨੂੰ ਫਿਰਦੇ ਆ, ਜੇ ਮੈਂ ਨੰਗੇ ਨਾ ਕਰ ਦਿੱਤੇ ਤੇ ਮੇਰਾ ਨਾਮ ਹੀ ਮੰਨਾ ਨਹੀਂ ਹੋ। ਮੈਂ ਤੈਨੂੰ ਇਹ ਕਹਿ ਕੇ ਸਮਾਪਤੀ ਕਰਨ ਲੱਗਾ, ਠੱਗਾ, कि अपना दस्तूर है दुश्मन को दुआ भी देना, अपना दस्तूर है दुश्मन को दुआ भी देना, और जालिम हो तो भरपूर सजा भी देना। दूसरे गाल पे थप्पड़ खाते नहीं हैं हम लोग, एहतियातन ये सितमगर को बता भी देना। ਗੁਰਪਿਆਰਿਓ, ਅੰਤਤः ਇੱਕੋ ਹੀ ਗੱਲ ਕਹਿਣਾ ਚਾਹਾਂਗੇ ਕਿ ਉਸ ਪਰਮਾਤਮਾ ਦੇ ਦਰ ਦੇ ਉੱਤੇ ਹਰ ਕਿਸੇ ਨੇ ਇੱਕ ਦਿਨ ਜ਼ਰੂਰ ਟੁਕਣਾ ਹੈ, ਤੇ ਜਿੱਦਣ ਅਸੀਂ ਉੱਥੇ ਟੁਕਾਂਗੇ ਉਦੋਂ ਨਾ ਸਾਡੇ ਨਾਲ ਜ਼ਮੀਨਾਂ ਹੋਣਗੀਆਂ, ਨਾ ਜਾਇਦਾਦਾਂ, ਨਾ ਗੱਡੀਆਂ, ਨਾ ਕੋਠੀਆਂ। ਉਦੋਂ ਸਾਡੇ ਸਿਰਫ ਕਰਮ ਦੇਖੇ ਜਾਣਗੇ। ਤੇ ਜਿੱਦਾਂ ਦੇ ਕਰਮ ਡਾਕਟਰੀ ਪੇਸ਼ੇ ਵਿੱਚ ਆ ਕੇ ਕੁਝ ਅਜਿਹੇ ਡਾਕਟਰ ਜਾਂ ਅਜਿਹੇ ਲੈਬੋਰਟਰੀ ਮਾਲਕ, ਡਾਇਗਨੋਸ ਸੈਂਟਰਾਂ ਦੇ ਮਾਲਕ ਕਰ ਰਹੇ ਨੇ, ਇਹ ਕਰਮ ਅੱਜ ਨਹੀਂ ਤਾਂ ਕੱਲ ਉਹਨਾਂ ਨੂੰ ਭੋਗਣੇ ਹੀ ਪੈਣੇ ਨੇ। ਕਿਉਂਕਿ ਪਹਿਲਾਂ ਹੀ ਇਨਸਾਨ ਜਿਹੜਾ ਬਿਮਾਰ ਹੈ ਉਹ ਬਹੁਤ ਪੀੜਾ ਵਿੱਚ ਹੁੰਦਾ ਹੈ, ਦੁੱਖ ਵਿੱਚ ਹੁੰਦਾ ਹੈ, ਤੇ ਪਤਾ ਨਹੀਂ ਕਿੱਥੋਂ ਕਰਜ਼ੇ ਚੱਕ ਕੇ ਉਹ ਇਲਾਜ ਕਰਵਾ ਰਿਹਾ ਹੁੰਦਾ ਹੈ। ਤੇ ਜਦੋਂ ਉਸ ਦੀ ਛਿੱਲ ਬੇਮਤਲਬ ਲਾਈ ਜਾਂਦੀ ਹੈ 250 ਰੁਪਏ ਦੀਆਂ ਦਵਾਈਆਂ ਦੇ ਥਾਂ ਤੇ ਉਸ ਨੂੰ ਹਜ਼ਾਰਾਂ ਰੁਪਏ ਦੀਆਂ ਦਵਾਈਆਂ ਦੇ ਬਿੱਲ ਬਣਾ ਕੇ ਫੜਾਏ ਜਾਂਦੇ ਨੇ, ਤਾਂ ਫਿਰ ਤੁਸੀਂ ਸੋਚ ਸਕਦੇ ਹੋ ਕਿ ਉਸ ਇਨਸਾਨ ਦੇ ਦਿਲ ਤੇ ਕੀ ਬੀਤੀ ਹੋਵੇਗੀ। ਤੇ ਅਜਿਹੇ ਬੁੱਚੜਖਾਨੇ ਜਿਹਨਾਂ ਨੇ ਖੋਲ੍ਹੇ ਨੇ ਉਹ ਯਾਦ ਰੱਖਣ, ਅੱਜ ਨਹੀਂ ਤਾਂ ਕੱਲ ਉਹਨਾਂ ਨੂੰ ਇਸ ਦਾ ਭੁਗਤਾਨ ਕਰਨਾ ਹੀ ਪੈਣਾ ਹੈ। ਬੇਸ਼ੱਕ ਤੁਸੀਂ ਲੱਖ ਸੋਚਦੇ ਹੋ ਕਿ ਕਿਸੇ ਦੀ ਨਜ਼ਰ ਤੁਹਾਡੇ ਉੱਤੇ ਨਹੀਂ ਹੈ, ਪਰ ਉਸ ਪਰਵਰਦੀਗਾਰ, ਉਸ ਪਰਮਾਤਮਾ ਦੀ ਨਜ਼ਰ ਇੱਕ ਇੱਕ ਜੀ ਤੇ ਹੈ, ਤੇ ਇੱਕ ਇੱਕ ਜੀ ਦੇ ਹਿਸਾਬ ਕਿਤਾਬ ਉਹ ਪੂਰੀ ਤਰ੍ਹਾਂ ਦੇਖ ਵੀ ਰਿਹਾ ਹੈ ਤੇ ਲਿਖ ਵੀ ਰਿਹਾ ਹੈ, ਤੇ ਉਸ ਦਾ ਖਾਮਿਆਜ਼ਾ ਤੁਹਾਨੂੰ ਅੱਜ ਨਹੀਂ ਕੱਲ ਭੁਗਤਣਾ ਹੀ ਪੈਣਾ ਹੈ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।